ਹਾਜ਼ਰੀਨ ਮੁਅੱਜ਼ਜ਼, ਸਾਡੀ ਸ਼ृंखला ਦੇ ਵਿੱਚ ਆਨਲਾਈਨ ਕਲਾਸਾਂ ਦੀ ਸ਼ृंखला ਦੇ ਵਿੱਚ ਦਾ ਹਿਸਟਰੀ ਆਫ ਪੰਜਾਬੀ ਲਿਟਰੇਚਰ ਦੇ ਸੰਦਰਭ ਦੇ ਵਿੱਚ ਅਸੀਂ ਪਿਛਲੀਆਂ ਕਲਾਸਾਂ 'ਚ ਚਰਚਾ ਕਰ ਰਹੇ ਸੀ। ਉਸੇ ਨੂੰ ਹੀ ਅੱਗੇ ਕੰਟੀਨਿਊ ਕਰਦੇ ਹੋਏ ਅਸੀਂ ਕੁਝ ਹੋਰ ਕੁਐਸਚਨ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜਿਹੜੇ ਬੜੇ ਇੰਪੋਰਟੈਂਟ ਨੇ, ਮਹੱਤਵਪੂਰਨ ਨੇ ਪ੍ਰੀਖਿਆ ਵਾਸਤੇ। ਤੋ ਉਸ ਸੰਦਰਭ ਦੇ ਵਿੱਚ ਅਸੀਂ ਅੱਜ ਚਰਚਾ ਕਰਾਂਗੇ। ਸਾਡੇ ਕੋਲ ਅਗਲਾ ਜਿਹੜਾ ਸੀਗਾ ਸਾਡਾ ਕਿ ਕਿਸ ਨਾਥ ਕਵੀ ਦੀ ਰਚਨਾ ਵਿੱਚ ਪੰਜਾਬੀ ਭਾਸ਼ਾ ਦਾ ਰੰਗ ਸਭ ਤੋਂ ਵਧੇਰੇ ਮਿਲਦਾ ਹੈ। ਸਾਡੇ ਕੋਲ ਇੱਥੇ 4 ਆਪਸ਼ਨਸ ਨੇ। ਤੋ ਚੌਥੀ ਆਪਸ਼ਨ ਦੇ ਵਿੱਚ ਜਿਹੜਾ ਹੈਗਾ ਅਸੀਂ ਇਹਨਾਂ ਚਾਰਾਂ ਨੂੰ ਬੜੇ ਧਿਆਨ ਨਾਲ ਪੜ੍ਹਨਾ ਹੈਗਾ, ਕਾਹਲੀ ਨਹੀਂ ਕਰਨੀ, ਕਿਉਂਕਿ ਕਈ ਵਾਰ ਕੀ ਹੋ ਜਾਂਦਾ ਹੈਗਾ ਕਿ ਤੁਸੀਂ ਇੱਥੇ ਭੁਲੇਖਾ ਖਾ ਜਾਂਦੇ ਹੋ ਗੋਰਖਨਾਥ ਦਾ। ਠੀਕ ਹੈ, ਗੋਰਖਨਾਥ ਪਹਿਲਾਂ ਪੰਜਾਬੀ ਦਾ ਕਵੀ ਮੰਨਿਆ ਜਾਂਦਾ ਹੈ, ਪਰ ਉਹਦੀ ਰਚਨਾ ਦੇ ਵਿੱਚ ਅਪਭ੍ਰੰਸ਼ਾਂ ਦਾ ਰੰਗ ਜ਼ਿਆਦਾ ਹੈ। ਪਰ ਅਸੀਂ ਕੀ ਕਰਨਾ, ਜਦੋਂ ਸਾਡਾ ਜਿਹੜਾ ਆਨਸਰ ਹੋਊਗਾ ਉਹ ਇਹਦੇ ਵਿੱਚੋਂ ਜਿਹੜਾ ਅਸੀਂ ਚੁਣਨਾ ਹੈ ਉਹ ਹੈ, ਸਾਡਾ ਆਨਸਰ ਜਿਹੜਾ ਹੈਗਾ ਉਹ ਆਏਗਾ ਚਰਪਟ ਨਾਥ। ਚਰਪਟ ਨਾਥ ਦੀ ਰਚਨਾ ਦੇ ਵਿੱਚ ਪੰਜਾਬੀ ਭਾਸ਼ਾ ਦਾ ਰੰਗ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ। ਸੋ ਇਸ ਕਰਕੇ ਭੁਲੇਖਾ ਨਹੀਂ ਖਾਣਾ, ਬੜੇ ਆਰਾਮ ਨਾਲ ਇਹਦਾ ਜਿਹੜਾ ਤੁਸੀਂ ਉੱਤਰ ਦੇਣਾ ਹੈਗਾ। ਤੋ ਜਿਹੜਾ ਹੈਗਾ ਨੈਕਸਟ ਹੈ ਦੁਰਗਾ ਪਾਠ ਬਣਾਇਆ ਸਭ ਪੌੜੀਆਂ ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ। ਇਹ ਕੀ ਹੈ? ਅਸੀਂ ਮੰਗਲਾਚਰਨ ਹੈ, ਮਹਾਤਮ ਹੈ, ਵਸਤੂ ਨਿਰਦੇਸ਼ ਹੈ ਜਾਂ ਕੋਈ ਵੀ ਨਹੀਂ ਹੈਗਾ। ਚਾਰਾਂ ਨੂੰ ਪੜ੍ਹ ਕੇ ਇਹਦੇ ਵਿੱਚੋਂ ਸਾਡਾ ਜਿਹੜਾ ਸਹੀ ਆਨਸਰ ਹੋਏਗਾ ਉਹ ਸਾਡਾ ਬੀ ਆਨਸਰ ਹੋਏਗਾ। ਅਸੀਂ ਇਹਦੇ ਵਿੱਚੋਂ ਬੀ ਨੂੰ ਚੁਣਨਾ ਹੈਗਾ, ਬੀ ਆਨਸਰ ਹੋਏਗਾ ਸਾਡਾ। ਤੋ ਨੈਕਸਟ ਹੈ ਬੁੱਲੇ ਸ਼ਾਹ ਦਾ ਸੰਬੰਧ ਕਿਸ ਸੂਫੀ ਸੰਪਰਦਾਇ ਦੇ ਨਾਲ ਹੈ। 4 ਸਾਡੇ ਕੋਲ ਇੱਥੇ ਸੂਫੀ ਸੰਪਰਦਾਵਾਂ ਨੇ। ਸੋਹਰਾਵਰਦੀ ਹੈ, ਮਲਾਮਤੀ ਹੈ, ਨਕਸ਼ਬੰਦੀ ਹੈ ਔਰ ਕਾਦਰੀ ਹੈ। ਚਾਰਾਂ ਨੂੰ ਪੜ੍ਹ ਕੇ ਜਿਹੜੀ ਸੋਹਰਾਵਰਦੀ ਹੈ ਇਹਦੇ ਨਾਲ ਸੰਬੰਧ ਹੈਗਾ ਜਿਹੜਾ ਉਹ ਹੈ ਸ਼ੇਖ ਸਹਾਬੂਦੀਨ ਸੋਹਰਾਵਰਦੀ ਸਾਹਿਬ ਦਾ। ਜਿਹੜੀ ਨਕਸ਼ਬੰਦੀ ਹੈ ਇਹਦਾ ਸੰਬੰਧ ਹੈ ਸ਼ੇਖ ਅਹਿਮਦ ਸਰਹੰਦੀ ਦਾ। ਮਲਾਮਤੀ ਸੰਪਰਦਾਇ ਦੇ ਨਾਲ ਜਿਹੜਾ ਸੰਬੰਧ ਹੈ ਉਹ ਸ਼ੇਖ ਬਹਿਲੋਲ ਦਾ ਹੈ ਔਰ ਸ਼ਾਹ ਹੁਸੈਨ ਦਾ ਵੀ ਇਹਦੇ ਨਾਲ ਸੰਬੰਧ ਹੈ। ਪਰ ਕਾਦਰੀ ਸਿਲਸਿਲੇ ਦੇ ਨਾਲ ਜਿਹੜਾ ਸੰਬੰਧ ਹੈਗਾ ਉਹ ਸਾਈਂ ਬੁੱਲੇ ਸ਼ਾਹ ਦਾ ਹੈਗਾ। ਸਾਡਾ ਜਿਹੜਾ ਆਨਸਰ ਹੋਏਗਾ ਇੱਥੇ ਉਹ ਡੀ ਆਏਗਾ। ਅਸੀਂ ਇੱਥੇ ਡੀ ਨੂੰ ਜਿਹੜਾ ਹੈਗਾ ਉਹ ਕਲਿੱਕ ਕਰਨਾ ਹੈਗਾ। ਇਹਦਾ ਸਾਡਾ ਡੀ ਆਨਸਰ ਆਏਗਾ। ਬੁੱਲੇ ਸ਼ਾਹ ਦਾ ਸੰਬੰਧ ਜਿਹੜਾ ਕਾਦਰੀ ਨਾਲ ਹੈਗਾ। ਸੂਫੀ ਸੰਪਰਦਾ ਦਾ ਨਾਂ ਦਾ ਪ੍ਰਭਾਸ਼ਕ ਨਾਂ ਕੀ ਹੈ? 4 ਆਪਸ਼ਨਸ ਨੇ ਸਾਡੇ ਕੋਲ। ਸੂਫ, ਤਜ਼ੱਵੁਫ, ਨਵ ਅਫਲਾਤੂਨਵਾਦ ਜਾਂ ਸ਼ਰੀਅਤ। ਤੋ ਸੂਫ ਜਿਹੜਾ ਹੈਗਾ ਇਹ ਕੱਪੜੇ ਦਾ ਨਾਂ ਹੈ। ਨਵ ਅਫਲਾਤੂਨਵਾਦ ਦੇ ਵਿੱਚੋਂ ਸੂਫੀਜ਼ਮ ਨਿਕਲਿਆ ਹੈਗਾ, ਇਹਦੇ ਨਾਲ ਇਹਦਾ ਸੰਬੰਧ ਨਹੀਂ ਹੈਗਾ, ਪਰ ਇਹਦੇ ਸਮਵਿੱਥੇ ਬਣਿਆ ਹੈਗਾ, ਇਹਦੀ ਵਿਚਾਰਧਾਰਾ ਨੂੰ ਇਹਨੇ ਅਪਣਾਇਆ ਹੈ। 4 ਨੰਬਰ ਤੇ ਸਾਡੇ ਕੋਲ ਹੈ ਸ਼ਰੀਅਤ। ਸ਼ਰੀਅਤ ਤੇ ਜਸਟ ਕੌਨਸਟੀਟਿਊਸ਼ਨ ਹੈ ਇਸਲਾਮ ਦਾ, ਇਸਲਾਮ ਦੇ ਜਿਉਣ ਦੀ ਜਾਂਚ ਹੈ ਜਿਹੜੀ ਸ਼ਰੀਅਤ ਹੈ। ਚੌਥਾ ਇੱਕ ਸਾਡੇ ਕੋਲ ਸੀ ਆਪਸ਼ਨ ਹੈਗਾ ਤਜ਼ੱਵੁਫ। ਤਜ਼ੱਵੁਫ ਦਾ ਅਰਥ ਹੁੰਦਾ ਇਨਸਾਨੀਅਤ ਨਾਲ ਪਿਆਰ ਕਰਨ ਵਾਲਾ। ਤੋ ਮੂਲ ਰੂਪ ਦੇ ਵਿੱਚ ਜਿਹੜਾ ਦਾ ਪ੍ਰਭਾਸ਼ਕ ਨਾਂ ਸਾਡੇ ਕੋਲ ਆਏਗਾ ਜੀ ਉਹ ਆਏਗਾ ਸੀ ਆਏਗਾ ਇੱਥੇ, ਤਜ਼ੱਵੁਫ, ਇਨਸਾਨੀਅਤ ਨਾਲ ਪਿਆਰ ਕਰਨ ਵਾਲਾ। ਇਹਨਾਂ ਵਿੱਚੋਂ ਕਿਹੜੀ ਕਾਵ ਧਾਰਾ ਨਿਰਗੁਣ ਹੈ? ਨਿਰਗੁਣ ਤੋਂ ਭਾਵ ਕੀ ਹੈ? ਜਿਹੜਾ ਪਰਮਾਤਮਾ ਨੂੰ ਇੱਕ ਸਵਰੂਪ ਦੇ ਵਿੱਚ ਜਿਹੜਾ ਨਿਸ਼ਚਿਤ ਕਰਦੀ ਹੈਗੀ ਹੈ। ਨਿਰਗੁਣ ਦਾ ਅਰਥ ਹੁੰਦਾ ਜਿਹੜਾ ਰੱਬ ਨੂੰ ਇੱਕ ਰੂਪ ਮੰਨਦੀ ਹੈ, ਜਸਟ ਇੱਕ ਹੈ ਜੋ। ਤੋ ਇਹਦੇ ਵਿੱਚ 4 ਨੇ ਸਾਡੇ ਕੋਲੇ। ਸੂਫੀਜ਼ਮ ਹੈਗਾ, ਕ੍ਰਿਸ਼ਨ ਭਗਤੀ ਹੈ, ਭਗਤੀ ਕਾਵ ਹੈ ਜਾਂ ਗੁਰਮਤ ਹੈ। ਇਹਨਾਂ ਵਿੱਚੋਂ ਸੂਫੀਜ਼ਮ ਵੀ ਸਰਗੁਣ ਮੰਨਦਾ ਹੈ, ਕ੍ਰਿਸ਼ਨ ਕਾਵ ਵੀ ਸਰਗੁਣ ਮੰਨਦਾ ਹੈ, ਭਗਤੀ ਨਿਰਗੁਣ ਤੇ ਸਰਗੁਣ ਦੋਵਾਂ ਸਵਰੂਪਾਂ ਨੂੰ ਮੰਨਦੀ ਹੈ। ਭਗਤੀ ਕਾਵ ਦੇ ਵਿੱਚ ਕੁਝ ਕੁ ਤਾਂ ਕਵੀ ਇਹੋ ਜਿਹੇ ਹੈਗੇ ਨੇ ਜਿਹੜੇ ਸਰਗੁਣ ਸਵਰੂਪ ਨੂੰ ਤਸੱਵਰ ਕਰਦੇ ਨੇ ਪਰਮਾਤਮਾ ਦੇ ਨੂੰ। ਕੁਝ ਕੁ ਕਵੀ ਇਹੋ ਜਿਹੇ ਹੈਗੇ ਨੇ ਜਿਵੇਂ ਭਗਤ ਕਬੀਰ ਜੀ ਹੈਗੇ ਨੇ, ਉਹ ਨਿਰਗੁਣ ਸਵਰੂਪ ਦਾ ਅਭਿਵਿਅੰਜਨਾ ਕਰਦੇ ਨੇ। ਤੋ ਇਸ ਕਰਕੇ ਇਹ ਦੋਨੇ ਦਾ ਮਿਕਸਅਪ ਹੈਗਾ ਤੇ ਸਾਡਾ ਜਿਹੜਾ ਸਹੀ ਆਨਸਰ ਹੋਏਗਾ ਉੱਥੇ ਉਹ ਗੁਰਮਤ ਆਏਗਾ। ਗੁਰੂ ਕਵੀਆਂ ਨੇ ਨਿਰੋਲ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਨਿਰਗੁਣ ਕਾਵਧਾਰਾ ਨੂੰ, ਨਿਰਗੁਣ ਪਰਮਾਤਮਾ ਦੇ ਨਿਰਗੁਣ ਸਵਰੂਪ ਨੂੰ ਜਿਹੜਾ ਹੈਗਾ ਐਕਸਪਲੇਨ ਕੀਤਾ ਜਾਂ ਅਭਿਵਿਅੰਜਿਤ ਕੀਤਾ ਹੈਗਾ। ਬਾਬਾ ਫਰੀਦ ਸਕਰਗੰਜ ਦਾ ਸੰਬੰਧ ਕਿਸ ਸੂਫੀ ਸੰਪਰਦਾਇ ਨਾਲ ਸੀ? ਸਾਡੇ ਕੋਲ ਇੱਥੇ 4 ਨੇ, ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਕਿ ਕਿਹੜੀ ਕਿਹੜੀ ਸੂਫੀ ਸੰਪਰਦਾਇ ਦੇ ਨਾਲ ਕਿਹੜੇ ਕਿਹੜੇ ਸੂਫੀ ਹੋਏ ਨੇ। ਇੱਥੇ ਸਾਡਾ ਸੰਬੰਧ ਜਿਹੜਾ ਹੈਗਾ ਉੱਥੇ ਚਿਸ਼ਤੀ ਸੰਪਰਦਾਇ ਦੇ ਨਾਲ ਆਏਗਾ। ਚਿਸ਼ਤੀ ਸੰਪਰਦਾਇ ਦੇ ਜਿਹੜੇ ਸੀ ਖਵਾਜਾ ਮਈਨੂਦੀਨ ਚਿਸ਼ਤੀ ਸਾਹਿਬ, ਅੱਗੋਂ ਉਹਨਾਂ ਦੇ ਜਿਹੜੇ ਹੈਗੇ ਸੀਗੇ ਸ਼ਾਗਿਰਦ ਸੀ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਸਾਹਿਬ, ਔਰ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਸਾਹਿਬ ਦੇ ਅੱਗੇ ਜਿਹੜੇ ਸ਼ਾਗਿਰਦ ਬਣੇ ਨੇ ਉਹ ਬਾਬਾ ਸ਼ੇਖ ਫਰੀਦ ਸਕਰਗੰਜ ਮਸੂਦ ਸੀਗੇ। तो इस करके साडा जिहड़ा आंसर इत्थे बी आएगा।
ਅੱਗੇ ਆ ਗਿਆ 100 ਚਾਚਾ ਤੇ ਇੱਕ ਪਿਓ 100 दारू ਤੇ ਇੱਕ ਘਿਓ ਕਿਹੜਾ ਕਾਵ ਰੂਪ ਹੈ। ਹੁਣ ਇੱਥੇ ਸਾਡੇ ਕੋਲ 4 ਨੇ, ਇਹਦੇ ਵਿੱਚ ਕੀ ਹੈਗਾ, ਨਾ ਤੇ ਮੁਹਾਵਰਾ ਹੈ, ਨਾ ਇਹ ਬੁਝਾਰਤ ਹੈ, ਨਾ ਇਹ ਟੱਪਾ ਹੈ, ਇਹ ਕੀ ਹੈ ਜੀ, ਅਖਾਣ ਹੈ। ਇਹਦੇ ਵਿੱਚ ਲੋਕ ਸਿਆਣਪ ਨੂੰ ਦਰਸਾਇਆ ਗਿਆ। ਅਖਾਣ ਦਾ ਜਿਹੜਾ ਪ੍ਰਕਾਰਜ ਹੁੰਦਾ ਹੈਗਾ ਉਹ ਲੋਕ ਸਿਆਣਪ ਹੁੰਦਾ ਹੈ। ਲੋਕ ਜਨ ਦੀ, ਲੋਕ ਸਿਆਣਪ ਦੀ ਅਭਿਵਿਅਕਤੀ ਕੀ ਕਰਨੀ ਜਿਹੜੀ ਹੁੰਦੀ ਕੀਤੀ ਗਈ ਹੁੰਦੀ ਹੈ ਇਹਦੇ ਵਿੱਚ। ਅੱਗੇ ਹੈ ਜੀ ਸ਼ਰੀਅਤ ਦਾ ਕੀ ਅਰਥ ਹੈ। ਤੋ ਸ਼ਰੀਅਤ ਮੈਂ ਪਹਿਲਾਂ ਕੁਐਸਚਨ ਦੇ ਵਿੱਚ ਵੀ ਦੱਸਿਆ ਸੀਗਾ ਤੁਹਾਨੂੰ ਕਿ ਸ਼ਰੀਅਤ ਦਾ ਅਰਥ ਹੁੰਦਾ ਹੈ ਕਨਸਟੀਟਿਊਸ਼ਨ ਆਫ ਇਸਲਾਮ, ਇਸਲਾਮ ਦਾ ਸੰਵਿਧਾਨ। ਇਸਲਾਮ ਨੂੰ ਤੁਸੀਂ ਗ੍ਰਹਿਣ ਕਰਨਾ ਹੈਗਾ, ਇਸਲਾਮ ਦੇ ਤੁਸੀਂ ਜਦੋਂ ਇਸਲਾਮ ਦੇ ਸਿਧਾਂਤ ਨੂੰ ਮੰਨਣਾ ਹੈਗਾ ਤਾਂ ਤੁਹਾਨੂੰ ਸ਼ਰੀਅਤ ਨੂੰ ਮੰਨਣਾ ਹੀ ਪੈਣਾ ਹੈ। ਪ੍ਰੋਫੈਸਰ ਗੁਲਵੰਤ ਸਿੰਘ ਅਕਸਰ ਲਿਖਦੇ ਸੀਗੇ, ਉਹਨਾਂ ਦੀ ਕਿਤਾਬ ਦਾ ਨਾਂ ਇਸਲਾਮ ਤੇ ਸੂਫੀਵਾਦ। ਉਹਦੇ ਵਿੱਚ ਮੁੱਢ ਦੇ ਵਿੱਚ ਇਸ ਗੱਲ ਨੂੰ ਉਹਨਾਂ ਨੇ ਦੱਸਿਆ ਹੈ ਕਿ ਇਸਲਾਮ ਵਰਗਾ ਦੁਨੀਆ ਤੇ ਕੋਈ ਧਰਮ ਨਹੀਂ ਜਿਹਦੇ 'ਚ ਸ਼ਰੀਅਤ ਨਾ ਹੋਵੇ। ਸ਼ਰੀਅਤ ਇੱਕ ਕਨਸਟੀਟਿਊਸ਼ਨ ਹੈ, ਉਹਦਾ ਇੱਕ ਕਾਨੂੰਨ ਹੈ ਇਸਲਾਮ ਦਾ। ਤੋ ਇਸ ਦੇ ਬਾਰੇ ਜਿਹੜਾ ਇਸ ਕਾਨੂੰਨ ਦੇ ਬਾਰੇ ਜਿਹੜਾ ਸੂਫੀਆਂ ਨੇ ਇਸ ਨੂੰ ਰੂਹਾਨੀਅਤ ਦੀ ਮੰਜ਼ਿਲ ਦਾ ਜਿਹੜਾ ਹੈਗਾ ਹੈ ਉਹ ਇੱਕ ਪੜਾਅ ਮੰਨਿਆ ਹੈ। ਤੋ ਇਸ ਪਰੰਤੂ ਮੂਲ ਰੂਪ ਦੇ ਵਿੱਚ ਸ਼ਰੀਅਤ ਦਾ ਸੰਬੰਧ ਹੈਗਾ ਜਿਹੜਾ ਉਹ ਇਸਲਾਮ ਦੇ ਕਰਮ ਕਾਂਡ ਦੇ ਨਾਲ ਹੈ, ਇਸਲਾਮ ਦੀ ਕਾਨੂੰਨ ਦੇ ਨਾਲ ਹੈ। ਤੋ ਇੱਥੇ ਸਾਡਾ ਜਿਹੜਾ ਆਨਸਰ ਹੋਏਗਾ ਉਹ ਸਾਡਾ ਇੱਥੇ ਇਹ ਆਨਸਰ ਆਏਗਾ, ਇਸਲਾਮੀ ਕਰਮ ਕਾਂਡ। ਤਾਂ ਨੈਕਸਟ ਹੈ ਲੰਗਰ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਪ੍ਰਚਲਿਤ ਕੀਤੀ। ਹੁਣ 4 ਆਨਸਰ ਨੇ ਸਾਡੇ ਕੋਲ ਇੱਥੇ, ਗੁਰੂ ਨਾਨਕ ਸਾਹਿਬ ਨੇ, ਗੁਰੂ ਅਮਰਦਾਸ ਜੀ ਨੇ, ਗੁਰੂ ਅਰਜਨ ਦੇਵ ਜੀ ਨੇ ਤੇ ਗੁਰੂ ਰਾਮਦਾਸ ਜੀ ਨੇ। ਮੂਲ ਰੂਪ ਦੇ ਵਿੱਚ ਸਟੂਡੈਂਟਸ ਕਿੱਥੇ ਟਪਲਾ ਖਾਂਦੇ ਨੇ, ਸਟੂਡੈਂਟਸ ਇਸ ਤਰ੍ਹਾਂ ਇੱਥੇ ਟਪਲਾ ਖਾ ਜਾਂਦੇ ਨੇ ਕਿ ਜੀ ਗੁਰੂ ਨਾਨਕ ਸਾਹਿਬ ਨੇ ਲੰਗਰ ਦਾ ਜਿਹੜਾ ਸੀ ਭੁੱਖੇ ਸਾਧੂਆਂ ਨੂੰ ਭੋਜਨ ਖਵਾਇਆ ਸੀਗਾ ਤੇ ਲੰਗਰ ਦਾ ਪ੍ਰਥਾ ਉੱਥੋਂ ਚੱਲੀ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਲੰਗਰ ਦੀ ਪ੍ਰਥਾ ਜਿਹੜੀ ਹੈਗੀ ਆ ਉਹ ਇੱਥੇ ਚੱਲੀ ਹੈਗੀ ਆ, ਪਰ ਉਹਨੂੰ ਵਿਧੀ ਪੂਰਵਕ ਜਿਹੜਾ ਸੀਗਾ ਸੁਚੱਜੇ ਢੰਗ ਨਾਲ ਜਿਹੜਾ ਸੀਗਾ ਵਿਧਾਨਕ ਰੂਪ ਦੇ ਵਿੱਚ ਲਾਗੂ ਕਿਹਨੇ ਕੀਤਾ ਹੈ, ਉਹ ਗੁਰੂ ਅਮਰਦਾਸ ਜੀ ਨੇ ਲਾਗੂ ਕੀਤਾ। ਸਾਡਾ ਇੱਥੇ ਆਨਸਰ ਜਿਹੜਾ ਹੈਗਾ ਨਾ ਉਹ ਬੀ ਆਏਗਾ। ਉਹ ਵੀ ਮੈਂ ਤੁਹਾਨੂੰ ਦੱਸਦਾ ਕਿਵੇਂ ਕੀਤਾ, ਕਿਉਂਕਿ ਗੁਰੂ ਸਾਹਿਬ ਨੇ ਇਸ ਗੱਲ ਨੂੰ ਜ਼ਰੂਰੀ ਕਰਤਾ ਸੀਗਾ ਕਿ ਜੋ ਵੀ ਸੰਗਤ ਗੁਰੂ ਕੇ ਦਰਸ਼ਨਾਂ ਵਾਸਤੇ ਆਉਂਦੀ ਹੈ ਉਸ ਨੂੰ ਸਭ ਤੋਂ ਪਹਿਲਾਂ ਪੰਗਤ ਵਿੱਚ ਬੈਠ ਕੇ, ਸੰਗਤ ਤੇ ਪੰਗਤ ਦਾ ਕਨਸੈਪਟ ਜਿਹੜਾ ਹੈਗਾ ਉਹ ਗੁਰੂ ਅਮਰਦਾਸ ਜੀ ਨੇ ਦਿੱਤਾ ਸੀ। ਉਹਨਾਂ ਨੂੰ ਪੰਗਤ ਦੇ ਵਿੱਚ ਬੈਠ ਕੇ ਬਿਨਾਂ ਕਿਸੇ ਭੇਦ ਭਾਵ ਤੋਂ, ਬਿਨਾਂ ਕਿਸੇ ਛੂਆ-ਛੂਤ ਤੋਂ, ਬਿਨਾਂ ਕਿਸੇ ਊਚ ਨੀਚ ਦੀ ਭਾਵਨਾ ਨੂੰ ਤਿਆਗ ਕੇ ਇੱਕ ਸਾਰਿਆਂ ਨੂੰ ਸੀਕੁਐਂਸ ਦੇ ਵਿੱਚ ਬੈਠ ਕੇ ਇੱਕ ਥਾਂ ਤੋਂ ਪ੍ਰਸ਼ਾਦਾ, ਇੱਕ ਥਾਂ ਤੋਂ ਜਿਹੜਾ ਭੋਜਨ ਕਰਕੇ ਫਿਰ ਗੁਰੂ ਕੇ ਦਰਸ਼ਨ ਕਰਨੇ ਜਿਹੜੇ ਅਨਿਵਾਰੀ ਹੁੰਦੇ ਸੀਗੇ। ਤੋ ਇਸ ਕਰਕੇ ਇਹਦਾ ਜਿਹੜਾ ਪ੍ਰਚਲਨ ਹੈਗਾ ਹੈ ਲੰਗਰ ਦੀ ਪ੍ਰਥਾ ਦਾ ਜਿਹੜਾ ਸਹੀ ਮਾਇਨਿਆਂ ਦੇ ਨਾਲ ਜਿਹੜਾ ਪ੍ਰਚਲਨ ਸੀ ਉਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੀਤਾ ਸੀਗਾ। ਹੁਣ ਇੱਕ ਅਗਲਾ ਹੈਗਾ ਮੱਧਕਾਲੀ ਪੰਜਾਬੀ ਭਾਸ਼ਾ ਤੇ ਸਾਹਿਤ ਇਤਿਹਾਸ ਦਾ ਮਹੱਤਵਪੂਰਨ ਸਰੋਤ ਹੈ। ਇੱਥੇ ਸਾਡੇ ਕੋਲ ਆਪਸ਼ਨਸ ਨੇ ਲਿੰਗੁਇਸਟਿਕ ਸਰਵੇ ਆਫ ਇੰਡੀਆ ਜਾਰਜ ਗਰੀਅਰਸਨ, ए हिस्ट्री ऑफ इंडियन एजुकेशन इन द पंजाब डॉक्टर लाइनर, पंजाब में उर्दू हाफिज महमूद शिरानी, और चौथी साडे कोले ऑप्शन हैगी आ पंजाबी अदब दी मुख्तसर तवारीख। ਇਹਦਾ ਨਾਂ तवारीख नहीं हैगा, मूल रूप ਦੇ ਵਿੱਚ तारीख है, डॉक्टर मोहन सिंह दीवाना। तो साडा ਜਿਹੜਾ ਇੱਥੇ ਆਨਸਰ ਹੋਏਗਾ ਇਹ ਚਾਰਾਂ ਦਾ ਸੰਬੰਧ ਜਿਹੜੀ ਉੱਪਰਲੀ ਕਿਤਾਬ ਹੈਗੀ ਆ ਇਹਦਾ ਸੰਬੰਧ ਭਾਸ਼ਾਵਾਂ ਦੀ ਨਿਸ਼ਾਨਦੇਹੀ ਨਾਲ ਹੈਗਾ। 544 ਭਾਸ਼ਾਵਾਂ ਦੀ ਉਹ ਨਿਸ਼ਾਨਦੇਹੀ ਕਰਦਾ ਇਹਦੇ ਵਿੱਚ। ਸੈਕੰਡ ਦੀ ਜਿਹੜੀ ਕਿਤਾਬ ਹੈਗੀ ਆ ਇਹਦਾ ਸੰਬੰਧ ਜਿਹੜਾ ਹੈਗਾ ਪੰਜਾਬ ਦੀ ਜਿਹੜੀ ਐਜੂਕੇਸ਼ਨ ਸਿਸਟਮ ਦੇ ਨਾਲ ਹੈ। ਤੀਜੀ ਕਿਤਾਬ ਦਾ ਸੰਬੰਧ ਜਿਹੜਾ ਹੈਗਾ ਉਹ ਜਸਟ ਉਰਦੂ ਭਾਸ਼ਾ ਦੇ ਨਾਲ ਹੈ, ਲਸ਼ਕਰੀ ਬੋਲੀ ਦੇ ਨਾਲ ਹੈ, ਮਹਿਮੂਦ ਸ਼ਿਰਾਨੀ ਦੀ ਕਿਤਾਬ ਹੈ, ਉਹਦੇ ਨਾਲ ਸੰਬੰਧਿਤ, ਉਹਦੇ ਲਿਟਰੇਚਰ ਨਾਲ ਸੰਬੰਧਿਤ ਹੈ। पर चौथी जिहड़ी किताब हैगी आ पंजाबी अदब दी मुख्तसर तारीख द शॉर्ट हिस्टरी ऑफ पंजाबी लिटरेचर एंड या ब्रीफ हिस्टरी ऑफ पंजाबी लिटरेचर किताब का नाम इहदा, और इहदा उर्दू की किताब हैगी आ डॉक्टर मोहन सिंह दीवाने दी। पंजाबी च इहनूं कहांगे पंजाबी साहित का संखेप इतिहास, जे तुसीं पंजाबी च कहोगे, इत्थे उर्दू का ही तत्सम लिखिया होया हैगा। तो ये किताब जिहड़ी साडे आंसर दे विच आएगी, ये किताब हैगी है जिहड़ी सानू मध्यकाली पंजाबी जां भाषा ते साहित दी जानकारी दिंदी हैगी है। तो साडी आंसर इत्थे जिहड़ा हैगा वो डी आएगा। भारत विच आउण वाला पहला सूफी शेख कौन सी?
ਹੁਣ ਸਾਡੇ कोल इत्थे 4 ऑप्शनस ने। बहुते साडे स्टूडेंट्स की करते हैगे ने, असी बाबा फरीद साहब नूं पढ़िया हैगा, बहुते साडे स्टूडेंट भुलेखा इत्थे खा जाते हैं कि ख्वाजा मोइनुद्दीन हसन चिश्ती साहब जिहड़े हिंदुस्तान दे विच आए ने। तुहाडी गल बिल्कुल सही हैगी आ कि ख्वाजा मोइनुद्दीन चिश्ती साहब जिहड़े हैगे ने वो हिंदुस्तान दे विच आए हैगे ने। आए हैगे ने चिश्ती साहब, वो आउंदे ने, बिल्कुल ठीक है। पर उस तो पहला महमूद गजनवी दे नाल एक दरवेश होर हिंदुस्तान दे विच आउंदा हैगा जिहदा नाम है हजरत अली बिन उस्मान अली हुजवेरी। जे तुसी इहदा शॉर्ट नाम, इहदा सही नाम है, कुछ क इत्थे त्रुटि है इन्हां दे नाम दे विच। कई किताबां दे विच मैं देखिया कि ये नाम जिहड़ा हैगा ये इस प्रकार लिखिया जांदा है। असलीयत इन्हां दी किताब हैगी आ, उहदा नाम है कशफुल महजूब। उहदे विच जिहड़ा इन्हां दा नाम है ਉਹਦੇ ਵਿੱਚ ਇਹਨਾਂ ਦਾ ਨਾਂ ਹੈਗਾ हजरत दाता गंज बख्श अली हुजवेरी। ਇਹਨਾਂ ਦਾ ਸਹੀ ਨਾਂ ਹੈ हजरत दाता गंज बख्श अली हुजवेरी। ਇਹਨਾਂ ਦੀ ਕਿਤਾਬ ਅਰਬੀ ਦੇ ਵਿੱਚ ਬੜੀ ਮਸ਼ਹੂਰ ਕਿਤਾਬ ਹੈਗੀ ਹੈ, ਉਹਦਾ ਨਾਂ ਹੈ ਕਸ਼ਫੁਲ ਮਹਿਜ਼ੂਬ। ਉਹਦੇ ਵਿੱਚ ਮੈਂ ਇਹਦਾ ਨਾਮ ਹੈ ਬਜ਼ੁਰਗਾਂ ਦਾ, ਇਹਨਾਂ ਦਾ ਨਾਮ दाता गंज बख्श अली हुजवेरी ਪੜ੍ਹਿਆ ਸੀਗਾ। तो ਇਹ ਜਿਹੜੇ सूफी ने ਇਹ महमूद गजनवी ਦੇ ਨਾਲ ਆਪਣੇ ਪੀਰ ਦੇ ਕਹਿਣ ਤੇ ਹਿੰਦੁਸਤਾਨ ਦੇ ਵਿੱਚ ਆਉਂਦੇ ਹੈਗੇ ਨੇ। तो ਸਾਡਾ ਆਨਸਰ ਇੱਥੇ बी ਆਏਗਾ। हज़रत निज़ामुद्दीन औलिया किस सिलसिले नाल संबंधित सी? ਜਿਹੜੇ हज़रत निज़ामुद्दीन औलिया साहब सीगे वो बाबा शकरगंज फरीद दे ਜਿਹੜੇ खलीफा सी। खलीफा तो भाव की हैगा वो उन्हां दे उत्तराधिकारी सीगे। तो बाबा फरीद जी का जिहड़ा संबंध हैगा वो सानू पता है कि वो चिश्ती कबीले नाल है। तो इत्थे साडा जिहड़ा आंसर फिर किहड़ा आएगा? सी, चिश्ती कबीले नाल उन्हां दा संबंध सीगा, चिश्ती या संप्रदाय नाल उन्हां दा संबंध सीगा। इस्लाम दे मुख रुकन सन इत्थे सन नहीं आएगा। पहली गल तो थोड़ी जी टैक्नीकल्स प्रॉब्लम्स हैगियां ने, साडे वो जिहड़ा बनाउण वाला मुंडा हैगा उन्हें ना थोड़ियां जिहियां इहदे च प्रॉब्लम्स रखियां हैगियां ने। हन हैगे ने, अज भी इस्लाम दे रुकन ये मन्ने जांदे ने, सन नहीं हैगे, हन। तो ये किहड़े-किहड़े ने? इस्लाम दे 5 रुकन मन्ने गए ने, साडा आंसर सी आएगा। 5 रुकन किहड़े-किहड़े ने वो मैं तुहानूं दसना वा, बड़े याद रखण योग गल है। इस्लाम दे 5 रुकनां दे विच्चों तो सब तो पहला है कलमा, तौहीद दा कलमा हरेक मुसलमान नूं अनिवार्य है। तो सब तो प्रथम है तौहीद दा कलमा। हरेक मुसलमान नूं जरूरी हैगा कि वो कलमा पढ़े, ला इलाहा इल्लल्लाह मुहम्मद रसूल अल्लाह। ये कलमा पढ़िया जाता है जो मुसलमान जमदा है ਉਹਦੀ ਕੰਨ ਦੇ ਵਿੱਚ, ਤੇ ਮਰਨ ਵੇਲੇ ਖੁਤਬਾ ਉਹਦੀ ਕਬਰ ਦੇ ਉੱਪਰ ਪੜਿਆ ਜਾਂਦਾ, ਉਹਦੇ ਮਰਨ ਦੇ ਸਮੇਂ ਉਹਦੀ ਕਬਰ ਦੇ ਉੱਪਰ ਸੂਰਾ ਫਾਤਿਹਾ ਦੇ ਨਾਲ। ਇਹਨੂੰ ਕਹਿੰਦੇ ਨੇ ਪਹਿਲਾ ਰੁਕਨ ਕਲਮਾ। ਦੂਜਾ ਰੁਕਨ ਹੈ ਉਹ ਹੈ ਨਮਾਜ਼। ਹਰੇਕ ਮੁਸਲਮਾਨ ਵਾਸਤੇ ਜ਼ਰੂਰੀ ਹੈ ਕਿ ਉਹ 5 ਵਕਤ ਦੀ ਜਿਹੜੀ ਨਮਾਜ਼ ਹੈ ਉਹ ਪੜ੍ਹੇ। फजर दी, असर दी, मगरब दी, मशरक दी और जुहा दी। 5 नमाज़ां हरेक मुसलमान नूं अनिवार्य हैगियां ने, अपने हर दिन दे अपने कर्म दे विच वो 5 नमाज़ां नूं पढ़े। तीजा जिहड़ा इस्लाम दा रुकन हैगा वा वो है साडा रोज़ा। रोज़ा जिहड़ा रब्बीउल रमज़ान दा महीना है ਉਹਦੇ ਵਿੱਚ ਹਰੇਕ ਮੁਸਲਮਾਨ ਦਾ ਇਹ ਇੱਕ ਧਰਮ ਹੈਗਾ ਕਿ ਉਹ 30 ਵਰਤ ਰੱਖੇ। ਇਸ ਕਰਕੇ ਜਿਹੜਾ ਹੈਗਾ ਉਹ ਰੋਜ਼ਾ ਉਹਨੂੰ ਰੱਖਣਾ ਜ਼ਰੂਰੀ ਹੈ। ਚੌਥਾ ਇੱਥੇ ਰੁਕਨ ਸਾਡਾ ਜਿਹੜਾ ਇਹਨਾਂ ਦਾ ਹੈਗਾ ਇਸਲਾਮ ਦਾ ਉਹ ਹੈ ਜ਼ਕਾਤ। ਜ਼ਕਾਤ ਜ਼ਕਾਤ ਹੈ ਗਰੀਬਾਂ, ਮਸਕੀਨਾਂ, ਨਿਆਸਰਿਆਂ, ਯਤੀਮਾਂ, ਵਿਧਵਾਵਾਂ ਦੇ ਵਾਸਤੇ अपनी कीती कमाई का 10वां हिस्सा उन्होंने निमित्त कढ़ना, उन्होंने ज़कात आख्या जाता है। और लास्ट का जिहड़ा रुकन है वह है हज। मक्के ते मदीने की पवित्र यात्रा करनी मुसलमान के जीवन का एक अपने आप दे विच एक बड़ा वड्डा उहदा फर्ज है। वो एक जिंदगी दे विच एक हज जरूर करे। सऊदी अरब दे विच मक्का शहर है जिथे मुहम्मद साहब पैदा होए सी, और हज़रत खलील अल्लाह इब्राहिम खलील अल्लाह ने जिस कोठे दे विच बैठ के तपस्या की सीगी वो कोठे दा जिहड़ा ज़ियारत की जाती है, साफ ते मरवा पहाड़ां दे विच हैगा वा। तो
ਉਹਦਾ ਜਿਹੜਾ ਸੰਗੇ ਅਸਵਦ ਦੇ ਨਾਲ ਉਹ ਕੋਠਾ ਬਣਿਆ ਹੋਇਆ, ਔਰ ਉਸ ਵੇਲੇ ਤੋਂ ਲੈ ਕੇ ਉਹਦੀ ਜਿਹੜੀ ਜ਼ਿਆਰਤ ਕਰਨ ਨੂੰ ਜਿਹੜਾ ਹੈਗਾ ਹੱਜ ਆਖਿਆ ਜਾਂਦਾ ਹੈਗਾ। ਔਰ ਉਹ ਜਿਹੜਾ ਹੱਜ ਹੈਗਾ ਉਹ ਦੋ ਪ੍ਰਕਾਰ ਦਾ ਹੁੰਦਾ ਹੈ, ਇੱਕ ਹੱਜੁਲ ਉਮਰਾਹ ਹੁੰਦਾ ਹੈ ਔਰ ਇੱਕ ਹੱਜੁਲ ਜੁਹਾ ਹੁੰਦਾ ਹੈਗਾ, ਜਾਂ ਹੱਜੁਲ ਜਿਹੜਾ ਹੈ ਹੱਜੁਲ ਜੁਹਾ ਹੈ, ਜਿਹੜਾ ਵੱਡਾ ਹੱਜ ਹੈ। ਇੱਕ ਛੋਟਾ ਹੱਜ ਹੈ ਹੱਜੁਲ ਉਮਰਾਵ ਦੇ ਵਿੱਚ ਤਾਂ ਤੁਸੀਂ ਕੰਮ ਧੰਦੇ ਗਏ ਵੀ ਹੱਜ ਕਰ ਸਕਦੇ ਹੋ, ਪਰ ਇੱਕ ਹੱਜ ਸਪੈਸ਼ਲ ਹੀ ਜਾਣਾ ਪੈਂਦਾ ਹੈਗਾ, ਤੋ ਉਹ ਜਿਹੜਾ ਹੈਗਾ ਰੁਕਨ ਦੇ ਵਿੱਚ ਸ਼ਾਮਲ ਹੈਗਾ। ਤੋ ਇਸ ਪ੍ਰਕਾਰ ਸਾਡੇ ਜਿਹੜੇ ਇਸਲਾਮ ਦੇ 5 ਰੁਕਨ ਇਹ ਹੈਗੇ ਨੇ ਜਿਹੜੇ ਮੈਂ ਤੁਹਾਨੂੰ ਦੱਸੇ ਹੈਗੇ ਆ। ਸੂਫੀ ਮਤ ਵਿੱਚ ਤੌਹੀਦ ਤੋਂ ਕੀ ਭਾਵ ਹੈ? ਤੌਹੀਦ ਦਾ ਅਰਥ ਹੁੰਦਾ ਹੈਗਾ ਕਿ ਜਦੋਂ ਕੁਰਾਨ ਤੁਸੀਂ ਪੜ੍ਹਦੇ ਹੋ ਨਾ, ਉਹਦੇ ਵਿੱਚ ਲੌਲਾਕ ਆਉਂਦਾ ਪਹਿਲਾਂ, ਲੌਲਾਕ ਲਮਾ ਖਲਕਤੁਲ ਅਫਲਾਕ, ਮੁਹੰਮਦ ਸਾਹਿਬ ਨੇ ਲਿਖਿਆ ਕਿ ਲੌਲਾਕ ਲਮਾ ਖਲਕਤੁਲ ਅਫਲਾਕ। ਤਾਂ ਉਹ ਤੌਹੀਦ ਦੇ ਅਰਥਾਂ ਦਾ ਸਮਾਨ ਅਰਥਿਕ ਹੈ। ਤੌਹੀਦ ਦਾ ਅਰਥ ਹੁੰਦਾ ਇੱਕ ਹੈ। ਗੁਰਬਾਣੀ ਕਹਿੰਦੀ ਨਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, जप आद सच जुगाद सच है भी सच नानक होसी भी सच। जो एक ओंकार है, जो एक है, ओम ब्रह्मस्मय, शास्त्र कहता ओम अहम ब्रह्मस्मय। तो जड़ा ओम ब्रह्म अहम अम्मस्मही जो हैगा वो तौहीद दे समअर्थकता रखता है, वो तौहीद दा समअर्थी है। अहम ब्रह्मस्मयी दा अर्थ है जो एक है, एक ही है और एक ही संसार नूं चलाउण वाला, विगसन वाला, संसार की पालना करने वाला है। तो इस करके जिहड़ा हैगा इत्थे साडा आंसर आएगा जिहड़ा जी वो है रब दी एकता विच विश्वास, जो एक ही रब है, उस तो सिवा होर कोई नहीं। तो होर सारे देवी देवते उस दे हुक्म दे विच बज्जे होए हन। जे तुसीं तौहीद नूं थोड़ा जिहा एक्सप्लेन वेखना हैगा ना, तो तुसीं एक बार जरूर पढ़िया जो तप प्रसाद सवैये, गुरु गोबिंद सिंह महाराज की बाणी है और 5 बाणियां दे विच उहनूं कंसीडर किया जाता। सवेर वेले की बाणी है तप प्रसाद सवैये। तो वो सवैयां दे विच इस तौहीद का बड़ा ही बाखूबी गुरु महाराज ने जिहड़ा हैगा एक्सप्लेन किया हैगा सिख धर्म के कंटैक्सट दे विच रख के, उन्होंने एक ईश्वरीवाद के कंटैक्सट दे विच। तो ये पढ़ना जरूर चाहिए है जे तुसीं इसनूं एक्सप्लेन देखना चाहुंदे हो बड़े सीधे शब्दां दे विच। महाराजा रणजीत सिंह बारे अवतार सिंह आज़ाद ने किहड़ा महाकाव्य लिखिया? तो पहली गल तो महाकाव्य जिहड़ा हुंदा हैगा, महाकाव्य की थोड़ी जी प्रकृति तुहानूं दसदे हां। महाकाव्य प्रबंध काव्य की एक कोटि है, सरगां दे विच वंडिया है, बड़ी लंबी ही वृतांतक कविता है। लंबी वृतांतक कविता नूं हैगा जिहड़ा महाकाव्य आख्या जांदा है। तो इहदे विच साडे कोले जिहड़े हैगे ने वो 4 महाकाव्य ने और चारे महाकाव्य जिहड़े हैगे ने वो अवतार सिंह आज़ाद दे ने। तो ये विचों साडा जिहड़ा सही आंसर आएगा जी वो आएगा बी, महाबली महाकाव्य हैगा जिहड़ा वो महाराजा रणजीत सिंह साहब बारे लिखिया गया हैगा। आनंद साहब किस गुरु कवि दी कृत है? साडे कोले 4 ऑप्शन ने। ये एक चीज़ ध्यान देण योग होर है कि गुरु नानक साहब ये जिहड़ा आनंद साहब है, पहली गल तो प्रबंध काव्य है, प्रबंध काव्य की वनगी है। इन्हां विच्चों गुरु रामदास जी नूं छड्ड के 3 गुरु साहिबानां ने प्रबंध काव्य लिखे ने। गुरु नानक साहब दा जपजी साहब प्रबंध काव्य है, सिद्ध गोष्ठ प्रबंध काव्य है, गुरु अर्जन देव जी महाराज दा सुखमणी साहब प्रबंध काव्य है, और जिहड़ा साडा अज आंसर हैगा जिहड़ा असीं देना हैगा वो है साडा गुरु अमरदास जी। ये गुरु अमरदास जी दा प्रबंध काव्य है। गुरु रामदास जी ने किसी प्रबंध काव्य की रचना नहीं की। तो इस करके जिहड़ा आनंद साहब हैगा वो गुरु अमरदास जी की रचना है। गुरु ग्रंथ साहब विच किन्ने भट्टां दी बाणी दर्ज है? हुण साडे कोल जिहड़ा हैगा इत्थे 4 ऑप्शनस ने, 13, 11, 30, 31। तो साडा जिहड़ा हैगा इहदे च सही आंसर साडा आएगा जी 11 भट्टां दी बाणी। गुरु ग्रंथ साहब महाराज दे विच 11 भट्टां दी बाणी दर्ज है। एक थोड़ी जी होर चीज़ जिहड़ी याद रखण योग हैगी है वो है कि गुरु ग्रंथ साहब दे विच जिहड़ी हैगी आ वो 31 महापुरुषां दी बाणी है। जिमें 15 भगत, 11 भट्ट, 6 गुरु साहबान, गुरु साहबान और 4 गुरु घर दे प्रेमी, गुरु घर दे प्रीतवान जां प्रेमी प्रीतवान।
तो टोटल ਜਿਹੜੀ ਇੱਥੇ ਗਿਣਤੀ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 36 ਜਿਹੜੇ ਮਹਾਂਪੁਰਖਾਂ ਦੀ ਬਾਣੀ ਬਣਦੀ ਹੈਗੀ ਇਸ ਢੰਗ ਦੇ ਨਾਲ। ਭੱਟਾਂ ਦੀ ਬਾਣੀ ਕਿਸ ਕਾਵਿ ਰੂਪ ਵਿੱਚ ਦਰਜ ਹੈ? 4 ਨੇ ਸਾਡੇ ਕੋਲ ਇੱਥੇ ਆਪਸ਼ਨਸ। शब्द ने, वार है, शलोक है ਜਾਂ ਸਵਈਏ ਨੇ। ਸਾਡਾ ਸਹੀ ਆਨਸਰ ਆਏਗਾ ਜੀ ਸਵਈਏ। ਭੱਟਾਂ ਦੇ ਸਵਈਏ ਸਿਰਲੇਖ ਹੇਠ ਬਾਣੀ ਦਰਜ ਕੀਤੀ ਹੈ ਗੁਰੂ ਸਾਹਿਬ ਨੇ। ਆਦਿ ਗ੍ਰੰਥ ਵਿੱਚ ਦੀ ਬਾਣੀ ਕਿੰਨੇ ਰਾਗਾਂ ਵਿੱਚ ਹੈ? ਤਾਂ ਸਾਡੇ ਕੋਲ ਇੱਥੇ ਜਿਹੜੇ 4 ਆਪਸ਼ਨਸ ਨੇ। ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈ 31। ਰਾਗ ਦਾ ਪ੍ਰਪੰਚ ਬੜਾ ਟੇਢਾ ਹੈ। ਮੂਲ ਰੂਪ ਦੇ ਵਿੱਚ ਰਾਗ ਦਾ ਸਿਸਟਮ ਬੜਾ ਵੱਖਰਾ ਹੈ। ਰਾਗ ਵਿਦਿਆ ਜਿਹੜੇ ਦੇ ਗਿਆਤਾ ਨੇ ਉਹ ਇਸ ਨੂੰ ਜਾਣਦੇ ਨੇ। ਗੁਰੂ ਸਾਹਿਬਾਨ ਨੇ ਬੜਾ ਹੀ ਆਸਾਨ ਤਰੀਕੇ ਦੇ ਨਾਲ, ਹਾਲਾਂਕਿ ਰਾਗ ਮੂਲ 'ਚ 31 ਨਹੀਂ ਹੈਗੇ, ਰਾਗ ਤੇ ਬਹੁਤ ਜ਼ਿਆਦੇ ਨੇ। ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਲਿਖਿਆ ਹੈਗਾ ਕਿ ਜਦੋਂ ਤੁਸੀਂ ਰਾਗਮਾਲਾ ਪੜ੍ਹਦੇ ਹੋ ਨਾ ਤੇ ਗੁਰੂ ਸਾਹਿਬ ਲਿਖਦੇ ਨੇ ਖਸ਼ਟ ਰਾਗ ਉਨ ਗਾਏ ਕੇ ਸੰਗ ਰਾਗਨੀ 30 ਸਭੈ ਪੁੱਤਰ ਰਾਗਨ ਕੇ 18 10 20। ਗੁਰੂ ਸਾਹਿਬ ਕਹਿੰਦੇ ਖਸ਼ਟ ਰਾਗ ਉਨ ਗਾਏ ਕੇ 6 ਤੇ 19 ਰਾਗਾਂ ਨੂੰ ਗਾ ਕੇ ਸੰਗ ਰਾਗਨੀ 30। ਫਿਰ ਅੱਗੇ ਉਹਨਾਂ ਦੀਆਂ 30 ਇਸਤਰੀਆਂ ਨੇ। ਸਭੈ ਪੁੱਤਰ ਸ੍ਰੀ ਰਾਗ ਕੇ, ਸ੍ਰੀ ਰਾਗ ਦੇ ਸਾਰੇ ਪੁੱਤਰ ਨੇ। ਉਦੋਂ ਬਾਅਦ ਦੇ ਵਿੱਚ 18 10 20 ਸਭ ਤੋਂ ਵੱਡਾ ਸ੍ਰੀ ਰਾਗ ਹੈ। ਅੱਗੇ ਉਹਦੇ ਪੁੱਤਰ ਨੇ 18 10 20 ਕਿੰਨੇ ਰਾਗ ਬਣਾਤੇ। ਪਰੰਤੂ ਗੁਰੂ ਸਾਹਿਬ ਨੇ ਮੂਲ ਰੂਪ ਦੇ ਵਿੱਚ ਬੜਾ ਆਸਾਨ ਤਰੀਕੇ ਦੇ ਨਾਲ ਰਾਗਾਂ ਦੇ ਸੰਦਰਭ ਦੇ ਵਿੱਚ ਕੁੱਜੇ 'ਚ ਸਮੁੰਦਰ ਬੰਦ ਕਰਤਾ। ਉਹਨਾਂ ਨੇ ਕੀ ਕੀਤਾ, ਬੜੇ ਆਸਾਨੀ ਦੇ ਨਾਲ ਜਿਹੜੇ ਮੇਨ ਰਾਗ ਨੇ, ਮੁੱਖ ਰਾਗ ਨੇ, ਔਰ ਰਾਗਾਂ ਉਹਨਾਂ ਰਾਗਾਂ ਦੀ ਵਰਤੋਂ ਕੀਤੀ ਜਿਹੜੇ ਕਿ ਆਮ ਜਨ ਸਧਾਰਨ ਜਿਹਦੀ ਵਰਤੋਂ ਆਸਾਨੀ ਨਾਲ ਕਰ ਸਕੇ ਔਰ ਸਿੱਖ ਸਕੇ। ਇਹ ਗੱਲ ਵੱਖਰੀ ਹੈ ਕਿ ਅੱਜ ਅਸੀਂ ਰਾਗਾਂ ਬਾਰੇ ਕਿੰਨੇ ਕੁ ਸੁਚੇਤ ਹਾਂ ਜਾਂ ਕਿੰਨੀ ਕੁ ਸਾਨੂੰ ਇਸ ਸੰਦਰਭ ਦੇ ਵਿੱਚ ਜਾਣਕਾਰੀ ਹੈ, ਗੱਲ ਦੂਜੀ ਆ ਜਾਂਦੀ ਹੈ। ਤਾਂ ਮੂਲ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 31 ਰਾਗਾਂ ਨੂੰ, ਇੰਨੇ ਰਾਗਾਂ ਦੇ ਵੱਡੇ ਖਿਲਾਰੇ ਨੂੰ ਗੁਰੂ ਸਾਹਿਬਾਨ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ 31 ਰਾਗਾਂ ਦੇ ਵਿੱਚ ਸਿਮਟ ਦਿੱਤਾ ਹੈਗਾ। ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਧਿਐਨ ਕਰੋਗੇ ਨਾ ਐਜ਼ ਇੱਕ ਸਕ੍ਰਿਪਚਰ, ਐਜ਼ ਇੱਕ ਹੌਲੀ ਬੁੱਕ, ਮੈਂ ਇੱਕ ਧਾਰਮਿਕ ਕਿਤਾਬ ਦੇ ਨਾਂ ਦੇ ਉੱਪਰ ਉਸ ਚੀਜ਼ ਦਾ ਨੂੰ ਕਹਿ ਰਿਹਾ ਹੈਗਾ ਵਾਂ। ਤੋ ਉਸ ਦੇ ਵਿੱਚ ਤੁਸੀਂ ਅਧਿਆਤਮ ਨੂੰ ਜਦੋਂ ਪੜ੍ਹੋਗੇ, ਤੁਸੀਂ ਅਧਿਆਤਮ ਦੀ ਜਿਹੜਾ ਵਿਦਾਂਤ ਨੂੰ ਪੜ੍ਹੋਗੇ, ਸ਼ਾਸਤਰਾਂ ਨੂੰ ਪੜ੍ਹੋਗੇ, ਤੁਰੈਤ ਪੜ੍ਹੋਗੇ, ਕੁਰਾਨ ਪੜ੍ਹੋਗੇ, ਅੰਜੀਲ ਪੜ੍ਹੋਗੇ, ਤੋ ਜੋ ਉਹਨਾਂ ਦਾ ਤੱਤ ਸਾਰ ਹੈ ਉਹ ਸਾਨੂੰ ਬਣਿਆ ਤਣਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅਵੇਲੇਬਲ ਮਿਲ ਜਾਂਦਾ ਹੈਗਾ। ਇਹਦਾ ਮਤਲਬ ਇਹ ਹੈਗਾ, ਸਾਨੂੰ ਇਹ ਲੱਗਦਾ ਹੈਗਾ ਕਿਤੇ ਨਾ ਕਿਤੇ ਕਿ ਜਦੋਂ ਗੁਰੂ ਸਾਹਿਬਾਨ ਨੇ ਜਾਂ ਭਗਤਾਂ ਨੇ ਜਾਂ ਮਹਾਂਪੁਰਸ਼ਾਂ ਨੇ ਜਿਨ੍ਹਾਂ ਨੇ ਵੀ ਬਾਣੀ ਰਚੀ ਆ ਔਰ ਜਿਨ੍ਹਾਂ ਦੀ ਬਾਣੀ ਗੁਰੂ ਸਾਹਿਬ ਨੂੰ ਠੀਕ ਲੱਗੀ ਹੈ, ਤਰਕ ਦੀ ਉਹਨਾਂ ਦੀ ਕਸੌਟੀ ਦੇ ਉੱਪਰ ਖਰੀ ਉਤਰੀ ਹੈ, ਉਹ ਬਾਣੀ ਨੂੰ ਹੀ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸ਼ਮੂਲੀਅਤ ਦਿੱਤੀ ਹੈਗੀ ਹੈ ਜਾਂ ਉਹਨੂੰ ਹੀ ਦਾਖਲ ਕੀਤਾ ਹੈਗਾ। ਅਦਰਵਾਈਜ਼ ਕੱਚੀ ਬਾਣੀ ਨੂੰ ਉਹਨਾਂ ਨੇ ਦਾਖਲ ਨਹੀਂ ਕੀਤਾ। ਜਿਵੇਂ ਭਗਤ ਛੱਜੂ ਸੀ, ਕਾन्हा ਸੀ, ਪੀਲੂ ਸੀ ਜਾਂ ਸ਼ਾਹ ਹੁਸੈਨ ਸੀ, ਉਹਨਾਂ ਦੀ ਬਾਣੀ ਦੇ ਉੱਪਰ ਦੁਨਿਆਵੀ ਰੰਗ ਸੀ। ਇਸ ਕਰਕੇ ਮਹਾਰਾਜ ਨੇ ਉਹਨਾਂ ਨੂੰ, ਜਿਹੜਾ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਾਖਲ ਕਰਨ ਤੋਂ ਨਾ ਕਰਤੀ, ਉਹਨੂੰ ਐਡ ਨਹੀਂ ਕੀਤਾ, ਉਹਨਾਂ ਨੇ ਐਡਿਟ ਨਹੀਂ ਕੀਤਾ ਉਹਨੂੰ। ਤਾਂ ਜਦੋਂ ਤੁਸੀਂ ਪੜ੍ਹ ਰਹੇ ਹੁੰਦੇ ਹੋ ਨਾ, ਗੁਰਬਾਣੀ ਦਾ ਅਧਿਐਨ ਕਰ ਰਹੇ ਹੁੰਦੇ ਹੋ, ਤੇ ਇਹ ਸਿਸਟਮ ਹੈਗਾ ਕਿ ਗੁਰਬਾਣੀ ਦੇ ਵਿੱਚ ਤੁਸੀਂ ਸ਼ਾਸਤਰਾਂ ਦਾ ਅਧਿਐਨ ਕਰ ਰਹੇ ਹੋ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ਲੋਕ ਪੜ੍ਹ ਰਹੇ ਹੁੰਦੇ ਹਾਂ, ਉੱਥੇ ਸਾਨੂੰ ਇਹ ਗੱਲ ਲੱਗ ਰਹੀ ਹੁੰਦੀ ਕਿ ਉਹਨਾਂ ਨੇ ਬ੍ਰਹਮ ਵੈਵਰਤ ਪੁਰਾਣ ਦਾ ਬੜਾ ਡੀਪਲੀ ਐਨਾਲਿਸਿਸ ਕੀਤਾ ਸੀਗਾ। ਉਦੋਂ ਇੱਥੇ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਵਰਾਹ ਪੁਰਾਣ ਨੂੰ ਬੜਾ ਡੀਪਲੀ ਪੜ੍ਹਿਆ ਸੀ ਉਸ ਟਾਈਮ ਦੇ ਉੱਪਰ, ਉਹਦੇ ਕਨਸੈਪਟਾਂ ਨੂੰ ਕਲੀਅਰ ਕਰਕੇ ਉਹਨਾਂ ਨੇ ਬਾਣੀ ਲਿਖੀ ਹੈ। ਤਾਂ ਗੁਰਬਾਣੀ ਦਾ ਸੰਬੰਧ ਜਿਹੜਾ ਹੈਗਾ ਉਹਦੇ ਵਿੱਚ ਜੀਵਨ ਦੀਆਂ ਸੱਚਾਈਆਂ ਨੇ, ਜੀਵਨ ਦੇ ਬੜੇ ਜਿਹੜੇ ਅਧਿਆਤਮਿਕ ਸਪਿਰਿਚੁਅਲਿਟੀ ਦੇ ਨਾਲ ਜੋੜੇ ਗਏ ਤੱਥ ਨੇ ਉਹਦੇ ਵਿੱਚ ਜਿਹੜੇ ਵਿਵੰਜਿਤ ਹੋਏ ਹੈਗੇ ਨੇ। ਸੋ ਇਸ ਪ੍ਰਕਾਰ ਇਹ ਬੜਾ ਹੀ ਬਹੁਤ ਵੱਡੀ, ਇਹ ਆਪਣੇ ਆਪ ਦੇ ਵਿੱਚ ਇੱਕ ਦੁਨੀਆ ਦੇ ਵਿੱਚ ਕਿਧਰੇ ਨਾ ਮਿਲਣ ਵਾਲੀ ਮਿਸਾਲ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਹੜੇ। ਤੋ ਨੈਕਸਟ ਹੈ ਸਾਡਾ ਜਿਹੜਾ ਆਸਾ ਦੀ ਵਾਰ ਨੂੰ ਕਿਸ ਧੁਨੀ ਦੇ ਉੱਪਰ ਗਾਉਣ ਦਾ ਆਦੇਸ਼ ਹੈ। ਤੋ ਸਾਡੇ ਕੋਲ ਇੱਥੇ 4 ਮੱਧਕਾਲੀ ਜਿਹੜੀਆਂ ਪ੍ਰਾਚੀਨ ਵਾਰਾਂ ਨੇ, ਉਹਨਾਂ ਦੇ ਵਿੱਚੋਂ 3 ਆਪਸ਼ਨਸ ਨੇ ਸਾਡੇ ਕੋਲ। ਲੱਲੇ ਬਹਿਲੀਮੇ ਦਾ, ਮੂਸੇ ਦੀ ਧੁਨੀ, ਫਿਰ ਜਾਂ ਟੁੰਡੇ ਅਸਰਾਜੇ ਕੀ ਧੁਨੀ, ਜਾਂ ਕੋਈ ਵੀ ਨਹੀਂ ਕਹਿੰਦਾ। ਤੋ ਸਾਡਾ ਸਹੀ ਆਨਸਰ ਆਏਗਾ ਟੁੰਡੇ ਅਸਰਾਜੇ ਕੀ ਧੁਨੀ। ਇਹ ਕਿਹਨੇ ਆਰਡਰ ਦਿੱਤਾ ਸੀ? ਕਈ ਵਾਰ ਸਾਨੂੰ ਇਹ ਕੁਐਸਚਨ ਆ ਜਾਂਦਾ ਹੈ ਕਿ ਆਸਾ ਦੀ ਵਾਰ ਦੇ ਉੱਪਰ ਇਹ ਕਿਹਦਾ ਹੁਕਮ ਸੀ ਕਿ ਟੁੰਡੇ ਅਸਰਾਜੇ ਦੀ ਧੁਨੀ ਗਾਵਣੀ ਹੈ। ਤੋ ਇਹ ਜਿਹੜਾ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਵੱਲੋਂ ਹੁਕਮ ਸੀਗਾ ਕਿ ਟੁੰਡੇ ਜਿਹੜੀ ਆਸਾ ਦੀ ਵਾਰ ਹੈ ਉਹ ਟੁੰਡੇ ਅਸਰਾਜੇ ਕੀ ਧੁਨੀ ਪਰ ਗਾਵਣੀ ਹੈਗੀ ਹੈ। ਇਹ ਗੁਰੂ ਸਾਹਿਬ ਦੇ ਹੁਕਮਨਾਮੇ ਦੇ ਵਿੱਚ ਇਹਦਾ ਜਿਹੜਾ ਜ਼ਿਕਰ ਆਉਂਦਾ ਹੈ। ਡਾਕਟਰ ਗੰਡਾ ਸਿੰਘ ਇਸ ਦੀ ਗੱਲ ਕਰਦੇ ਨੇ। ਤੋ ਨੈਕਸਟ ਹੈਗਾ ਸਾਡਾ ਸਵਾਲ, ਇੱਥੇ ਥੋੜੀ ਜਿਹੀ ਪ੍ਰੋਬਲਮ ਹੈ, ਇਹ ਕਾਫਾ ਨਹੀਂ ਹੈਗਾ, ਇਹ ਕਾਫੀ ਹੈ।
ਇੱਥੇ ਇਹ ਗਲਤ ਹੈਗਾ, ਇਹਦਾ ਅਰਥ ਹੈ ਕਾਫੀ। ਕਾਫੀ ਕਿੱਥੇ ਮਸ਼ਹੂਰ ਹੈ ਜਾਂ ਮਕਬੂਲ ਹੈ? 4 ਆਪਸ਼ਨਸ ਨੇ ਸਾਡੇ ਕੋਲ, ਗੁਰਬਾਣੀ ਵਿੱਚ, ਸੂਫੀ ਕਾਵ ਵਿੱਚ, ਸੱਦ ਵਿੱਚ ਜਾਂ ਆਧੁਨਿਕ ਕਾਵ ਵਿੱਚ। ਤਾਂ ਸਾਡਾ ਇੱਥੇ ਸਹੀ ਆਨਸਰ ਆਏਗਾ ਜੀ ਬੀ, ਸੂਫੀ ਕਾਵ ਵਿੱਚ ਜਿਹੜੀ ਕਾਫੀ ਉਹ ਮਸ਼ਹੂਰ ਆ। ਸੂਫੀ ਕਵੀਆਂ ਨੇ ਕਾਫੀ ਦੀ ਰਚਨਾ ਕੀਤੀ ਹੈਗੀ ਆ। ਗੁਰੂ ਨਾਨਕ ਸਾਹਿਬ ਨੇ 12 ਮਾਹ ਦੀ ਰਚਨਾ ਕੀਤੀ ਹੈ। 12 ਮਾਹ ਗੁਰੂ ਮਹਾਰਾਜ ਦਾ ਖਟ ਰਿਤੂ ਤੋਂ ਦੇ ਨਾਲ ਸੰਬੰਧਿਤ ਜਿਹੜਾ 6 ਰੁੱਤਾਂ ਤੋਂ ਜਿਹਦੀ ਉਤਪਤੀ ਹੋਈ ਹੈਗੀ ਆ, ਇੱਥੇ ਆਇਆ ਹੈਗਾ। ਤਾਂ 12 ਮਹੀਨਿਆਂ ਦਾ ਜਿਹੜਾ ਹਾਲ ਦਾ ਅਧਿਆਤਮਕ ਪੱਧਰ ਦੇ ਉੱਤੇ, ਅਧਿਆਤਮਕ ਜਗਿਆਸੂ ਦੇ ਪੱਧਰ ਦੇ ਉੱਤੇ ਗੁਰੂ ਸਾਹਿਬ ਨੇ ਦਰਜ ਕੀਤਾ ਹੈਗਾ। ਤਾਂ ਇਹ ਉਹਨਾਂ ਪੁੱਛਿਆ ਹੈਗਾ ਕਿ ਰਾਗ ਕਿਹੜਾ ਹੈਗਾ ਇਹਦਾ, ਜਿਹੜਾ ਗੁਰੂ ਸਾਹਿਬ ਨੇ ਬਾਣੀ ਜਿਹਦੇ ਵਿੱਚ ਲਿਖੀ ਹੈ। ਤੇ ਸਾਡਾ ਜਿਹੜਾ ਇਹਦੇ ਵਿੱਚ 4 ਸਾਡੇ ਕੋਲ ਰਾਗ ਨੇ, ਇਹਦੇ ਵਿੱਚ ਸਾਡਾ ਸਹੀ ਆਨਸਰ ਆਏਗਾ ਜੀ ਰਾਗ ਤੁਖਾਰੀ ਦੇ ਵਿੱਚ ਗੁਰੂ ਸਾਹਿਬ ਨੇ 12 ਮਾਹ ਦੀ ਰਚਨਾ ਕੀਤੀ ਹੈਗੀ ਹੈ। ਨੈਕਸਟ ਹੈ ਸ਼ਲੋਕ ਕੀ ਹੈ? ਕਾਵ ਰੂਪ ਹੈ, ਅਲੰਕਾਰ ਹੈ, ਛੰਦ ਹੈ ਜਾਂ ਸ਼ੈਲੀ ਹੈ? ਤਾਂ ਸਾਡਾ ਸਹੀ ਆਨਸਰ ਇੱਥੇ ਆਏਗਾ ਜੀ ਨਾ ਤੇ ਅਲੰਕਾਰ ਹੈ। ਅਲੰਕਾਰ ਹੁੰਦੇ ਨਹੀਂ ਕਾਵ ਰੂਪ, ਸਾਨੂੰ ਪਤਾ ਹੈ, ਅਸੀਂ ਕਾਵ ਸ਼ਾਸਤਰ ਪੜ੍ਹਿਆ ਹੈਗਾ। ਕਾਵ ਸ਼ੈਲੀ ਨਾ ਕੋਈ, ਇਹ ਸ਼ੈਲੀ ਕੋਈ ਸਟਾਈਲ ਹੈਗਾ ਨਾ ਤੇ ਪੱਛਮ ਦਾ, ਨਾ ਸਾਡੇ ਭਾਰਤੀ ਸਟਾਈਲ ਦੇ ਵਿੱਚ, ਨਾ ਵਿਦਰਭੀ ਗੌੜੀ ਰੀਤੀ ਪੰਚਾਲੀ, ਤੋਂ ਇਹਦੇ ਵਿੱਚ ਵੀ ਨਹੀਂ ਆਉਂਦਾ ਹੈਗਾ। ਤੋਂ ਨਾ ਹੀ ਇਹ ਪੱਛਮ ਦਾ ਕੋਈ ਹੈ, ਨਾ ਇਹ ਛੰਦ ਹੈ, ਨਾ ਛੰਦ ਦੀ ਕਿਸਮ ਵੀ ਕੋਈ ਨਹੀਂ, ਨਾ ਦਵਈਆ, ਨਾ ਸੋਠਾ, ਨਾ ਕੋੜ ਹੈ, ਨਾ ਵਰਣਿਕ ਹੈ, ਨਾ ਮਾਤਰਿਕ ਹੈ। ਤੋਂ ਇੱਥੇ ਸਾਡਾ ਕੋਲ ਕੀ ਆ ਗਿਆ ਫਿਰ? ਜਸਟ ਆਨਸਰ ਇਹ ਆ ਗਿਆ। ਇਹ ਇੱਕ ਕਾਵਤਾ ਦਾ ਰੂਪ ਹੈ, ਇੱਕ ਕਾਵ ਦਾ ਰੂਪ ਹੈਗਾ। ਬੁੱਲੇ ਸ਼ਾਹ ਕਿਸ ਵਿਚਾਰਧਾਰਾ ਨਾਲ ਸੰਬੰਧਿਤ ਹੈ? ਇੱਥੇ 4 ਆਪਸ਼ਨਸ ਨੇ। ਹੁਣ ਸਾਡੇ ਕੋਲ ਗੁਰਮਤਿ ਨਾਲ ਤੇ ਉਹਦਾ ਸੰਬੰਧ ਕੋਈ ਨਹੀਂ, ਰਹਿ ਗਏ ਨੇ 3 ਚੀਜ਼ਾਂ, ਅਧਿਆਤਮ, ਭਗਤੀ ਤੇ ਸੂਫੀ। ਹੁਣ ਬੁੱਲੇ ਸ਼ਾਹ ਜਿਹੜੇ ਹੋਏਗੇ ਨੇ ਉਹ ਸਾਨੂੰ ਕਲੀਅਰ ਕੱਟ ਪਤਾ ਹੈਗਾ, ਭਗਤੀ ਨਾਲ ਸੰਬੰਧ ਵੀ ਉਹਨਾਂ ਦਾ ਹੈਗਾ, ਅਧਿਆਤਮਵਾਦ ਨਾਲ ਵੀ ਹੈਗਾ, ਪਰ ਮੂਲ ਬੇਸ ਕੀ ਹੈਗਾ, ਰੂਟ ਕੀ ਹੈ ਉੱਥੇ? ਰੂਟ ਕੀ ਆ? ਸੂਫੀ। ਕਿਉਂ ਪਹਿਲਾਂ ਉਹਨਾਂ ਦਾ ਸੰਬੰਧ ਸੂਫੀਜ਼ਮ ਨਾਲ ਹੈ, ਫਿਰ ਭਗਤੀ ਨਾਲ, ਤੇ ਤੀਜਾ ਅਧਿਆਤਮਵਾਦ ਨਾਲ, ਸਪਿਰਿਚੁਅਲਿਟੀ ਨਾਲ ਉਹਦਾ ਸੰਬੰਧ ਤੀਜੇ ਥਾਂ ਤੇ ਜੁੜਦਾ ਹੈਗਾ। ਤਾਂ ਇੱਥੇ ਸਾਡਾ ਆਨਸਰ ਬੀ ਆਏਗਾ। ਪੰਜਾਬੀ ਦੇ ਖੇਤਰ ਵਿੱਚ ਪ੍ਰਯੋਗਵਾਦ ਦੀ ਲਹਿਰ ਆਈ, ਇਹਦੇ ਵਿੱਚ 4 ਆਪਸ਼ਨਸ ਨੇ। ਇਹਦਾ ਸਹੀ ਸਾਡਾ ਆਨਸਰ ਆਏਗਾ ਜੀ 1970 ਤੋਂ ਬਾਅਦ ਦੇ ਵਿੱਚ ਜਿਹੜੀ ਇਹ ਲਹਿਰ ਇਹ ਪੰਜਾਬੀ ਦੇ ਖੇਤਰ ਵਿੱਚ ਆਈ ਹੈਗੀ ਆ। ਇਸ ਪ੍ਰਕਾਰ ਸਾਡੇ ਜਿਹੜੇ ਇਸ ਪ੍ਰਕਾਰ ਦੇ ਅਸੀਂ ਆਨਸਰ ਜਿਹੜੇ ਹੈਗੇ ਨੇ ਇੱਥੇ ਅੱਜ ਅਸੀਂ ਹੱਲ ਕੀਤੇ ਆ। ਇਸੇ ਤਰ੍ਹਾਂ ਹੀ ਤੁਸੀਂ ਜਿਹੜੇ ਆਨਸਰਾਂ ਨੂੰ ਜਿਹੜਾ ਅਟੈਂਪਟ ਕਰਨਾ ਹੈਗਾ ਇਹ ਕੁਐਸਚਨਸ ਨੂੰ ਬੜੇ ਧਿਆਨ ਦੇ ਨਾਲ, ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਘਬਰਾਹਟ ਤੋਂ, ਬਿਨਾਂ ਕਿਸੇ ਭੈ ਤੋਂ ਤੁਸੀਂ ਉਹਨਾਂ ਨੂੰ ਹੱਲ ਕਰਨਾ ਹੈਗਾ। ਉਹਦੀ ਇਬਾਰਤ ਨੂੰ ਪੜ੍ਹੋ, ਪੂਰੇ ਕੁਐਸਚਨ ਦੀ ਇਬਾਰਤ ਨੂੰ ਪੜ੍ਹੋ। ਇਬਾਰਤ ਨੂੰ ਪੜ੍ਹਨ ਤੋਂ ਬਾਅਦ ਉਹਦੇ ਨੀਚੇ 4 ਆਨਸਰਾਂ ਨੂੰ ਦੇਖੋ। ਇਹ ਨਹੀਂ ਹੁੰਦਾ ਹੈਗਾ ਕਿ ਜੇ ਕੋਈ ਮਾੜਾ ਮੋਟਾ ਮਿਲਦਾ ਗਿਲਦਾ ਹੈਗਾ ਤੇ ਅਸੀਂ ਉਹਦੇ ਨਾਲ ਜਿਹੜਾ ਹੈਗਾ ਉਹ ਕਰ ਦੇਣਾ ਹੈਗਾ, ਫਿੱਟ ਕਰ ਦੇਣਾ, ਇਹ ਨਹੀਂ ਹੁੰਦਾ। ਆਰਾਮ ਨਾਲ ਪੜ੍ਹ ਕੇ ਆਸਾਨੀ ਨਾਲ ਜਿਹੜਾ ਹੈਗਾ ਬੜੇ ਹੀ ਫ੍ਰੀ ਮਾਈਂਡ ਦੇ ਨਾਲ, ਖੁੱਲ੍ਹੇ ਦਿਮਾਗ ਦੇ ਨਾਲ ਉਹਦਾ ਆਨਸਰ ਦਿਓ ਤੇ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ।